ਸਾਰਿਆਂ ਦਾ ਬਹੁਤ ਬਹੁਤ ਸਨਮਾਨ। ਅੱਜ ਜੋ ਗੁਰਸਿੱਖਾਂ ਤੇ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਔਰ ਜਿਸ ਤਰੀਕੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਵੱਲੋਂ 100 ਸਾਲ ਜਿਹੜਾ ਨਨਕਾਣਾ ਸਾਹਿਬ ਦਾ ਸਾਕਾ ਸੀ ਉਹਨੂੰ ਸਮਰਪਿਤ ਇੱਕ ਜਥੇ ਨੇ ਅੱਜ ਪਾਕਿਸਤਾਨ ਨੂੰ ਰਵਾਨਾ ਹੋਣਾ ਸੀ। ਕੁਝ ਸਮਾਂ ਪਹਿਲਾਂ ਹੀ ਨਾਟ ਈਵਨ ਇੱਕ ਤਾਂ ਹੁੰਦਾ 24 ਘੰਟੇ ਵੀ ਨਹੀਂ 8-10 ਘੰਟੇ ਪਹਿਲਾਂ ਇੱਕ ਗਵਰਨਮੈਂਟ ਆਫ ਇੰਡੀਆ ਦੀ ਚਿੱਠੀ ਨਿਕਲ ਜਾਣੀ ਕਿ ਇਹ ਜਥਾ ਜਾ ਨਹੀਂ ਸਕਦਾ ਬਿਕੋਜ਼ ਆਫ 2 ਰੀਜ਼ਨ ਦਿੱਤੇ ਉਹਨਾਂ ਨੇ। ਇੱਕ ਸਿਕਿਉਰਿਟੀ ਤੇ ਉਸ ਤੋਂ ਵੱਡਾ ਕੋਵਿਡ। ਮੈਂ ਸਮਝਦਾ ਕਿ ਇਹ ਕੇਵਲ ਤੇ ਕੇਵਲ ਅਸੀਂ ਜਿਹੜੇ ਗੁਰੂ ਨਾਨਕ ਨਾਮ ਲੇਵਾ ਸੰਗਤ ਹੈ ਸਭ ਨੂੰ ਤੁਹਾਨੂੰ ਪਤਾ ਕਿ ਨਨਕਾਣਾ ਸਾਹਿਬ ਦੀ ਉਹ ਪਵਿੱਤਰ ਧਰਤੀ ਸੱਚੇ ਪਾਤਸ਼ਾਹ ਦੇ ਨੂੰ ਸਮਰਪਿਤ ਉਹ ਧਰਤੀ, ਉੱਥੇ ਕਿਸੇ ਗੁਰਸਿੱਖ ਦਾ ਵੀ ਜਾ ਕੇ ਨਤਮਸਤਕ ਹੋਣਾ ਸਾਡੇ ਲਈ ਬੜੀ ਵਡਭਾਗਾਂ ਵਾਲੀ ਗੱਲ ਹੈ। ਔਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਇਹ ਤੋਂ ਮਹਾਨ ਵੱਡੀ ਹਸਤੀ ਕੋਈ ਨਹੀਂ ਜਿਹੜੇ ਆਪ ਇੱਕ ਜਥੇ ਨੂੰ ਲੀਡ ਕਰ ਰਹੇ ਹੋਣ। ਉਹਨਾਂ ਨੂੰ ਪਹਿਲਾਂ ਵੀਜ਼ੇ ਦੇ ਦੇਣੇ, ਵੀਜ਼ੇ ਦੇਣ ਤੋਂ ਬਾਅਦ ਜਦ ਸਾਰਾ ਕੁਝ ਤਿਆਰ ਹੋ ਗਿਆ ਅੱਗੇ ਉਹਨਾਂ ਨੂੰ ਸੰਗਤ ਰਿਸੀਵ ਕਰਨ ਵੀ ਆ ਗਈ, ਰਾਤੋਂ ਰਾਤ ਕੈਂਸਲ ਕਰ ਦੇਣਾ ਔਰ ਬਹਾਨਾ ਲਾਉਣਾ ਕੋਵਿਡ ਦਾ ਤੇ ਸਿਕਿਉਰਿਟੀ ਦਾ। ਜੇ ਕੋਵਿਡ ਇੱਕ ਇਸ਼ੂ ਸੀ ਤੇ ਜਦੋਂ ਕੋਵਿਡ ਸ਼ਿਕਰਾਂ ਤੇ ਸੀ ਨਵੰਬਰ ਮਹੀਨੇ 'ਚ ਉਦੋਂ ਵੀ ਜਥਾ ਗਿਆ। ਔਰ ਸਿਕਿਉਰਿਟੀ ਕੰਸਰਨ ਜੇ ਇਸ਼ੂ ਹੈ, ਸਿਕਿਉਰਿਟੀ ਕੰਸਰਨ ਤਾਂ ਕਦੇ ਪਾਕਿਸਤਾਨ ਨਾਲ ਇਸ਼ੂ ਖਤਮ ਹੀ ਨਹੀਂ ਹੋਣਾ। ਦੇਖੋ ਪਾਕਿਸਤਾਨ ਨਾਲ ਸਿਕਿਉਰਿਟੀ ਇਸ਼ੂਜ਼ ਤਾਂ ਅੱਜ ਦੇ ਨਹੀਂ, ਪਿਛਲੇ 72 ਇਅਰ 73 ਇਅਰ 'ਚ ਜਦੋਂ ਦੀ ਡਿਵੀਜ਼ਨ ਹੋਈ ਆ ਉਦੋਂ ਤੱਕ ਚੈਲੰਜ ਬਣੇ ਹੋਏ। ਮਗਰ ਕਿਸੇ ਦੀ ਧਾਰਮਿਕ ਭਾਵਨਾਵਾਂ ਨਾਲ ਖੇਡਣਾ ਇਹ ਸਰਕਾਰ ਨੂੰ ਗੱਲ ਸ਼ੋਭਦੀ ਨਹੀਂ। ਮੈਂ ਸਮਝਦਾ ਗਵਰਨਮੈਂਟ ਆਫ ਇੰਡੀਆ ਦਾ ਜਿਹੜਾ ਇਹ ਪੈਟੀ ਪੋਲਿਟਿਕਸ ਕੀਤੀ ਹੈ, ਕੇਵਲ ਤੇ ਕੇਵਲ ਜਿਹੜਾ ਕਿਸਾਨੀ ਦਾ ਗੁੱਸਾ, ਪੰਜਾਬੀਆਂ ਦਾ ਗੁੱਸਾ ਜਿਹੜਾ ਕਿ ਉਹ ਦਿੱਲੀ ਘੇਰ ਕੇ ਕਿਉਂ ਬੈਠੇ ਆ, ਉਹ ਕਿਉਂ ਗਵਰਨਮੈਂਟ ਆਫ ਇੰਡੀਆ ਨੂੰ ਚੈਲੰਜ ਕਰ ਰਹੇ ਆ, ਸਿਰਫ ਉਹ ਗੁੱਸਾ ਕੱਢਣ ਦੀ ਗੱਲ ਕੀਤੀ। ਕਿੱਥੇ ਤਾਂ ਅਸੀਂ ਸੋਚ ਰਹੇ ਸੀ ਕਿ ਜਿਹੜੀ ਕੌਮ ਸਰਬੱਤ ਦੇ ਭਲੇ ਦੀ ਅਰਦਾਸ 8 ਪੈਰੀ ਕਰਦੀ ਆ, ਕਿੱਥੇ ਅਸੀਂ ਸੋਚ ਰਹੇ ਸੀ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲੂਗਾ, ਕਿੱਥੇ ਅਸੀਂ ਸੋਚ ਰਹੇ ਸੀ ਕਿ ਜੋ ਗੁਰੂ ਸਾਹਿਬ ਦੇ ਚਰਨਾਂ 'ਚ ਨਤਮਸਤਕ ਹੋ ਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਗੁਰੂ ਸਾਹਿਬ ਦੀਆਂ ਖੁਸ਼ੀਆਂ ਲੈ ਕੇ ਜਾ ਰਿਹਾ, 2 ਮੁਲਕਾਂ ਵਿੱਚ ਪਿਆਰ ਵੀ ਵਧੂਗਾ, ਸੰਗਤਾਂ ਦਾ ਪਿਆਰ ਵੀ ਵਧੂਗਾ, ਦੁਨੀਆ ਇੱਕ ਕੋਨੇ ਤੋਂ ਦੂਜੇ ਕੋਨੇ 'ਚ ਜਾ ਰਹੀ ਹੈ ਔਰ ਸਰਕਾਰ ਆਪ ਕਹਿ ਰਹੀ ਹੈ ਕਰੋਨਾ ਘਟ ਗਿਆ। ਮਤਲਬ ਬਹਾਨਾ ਵੇਖੋ ਕਿਹੋ ਜਿਹਾ ਫੇਲ ਬਣਾਇਆ ਗਵਰਨਮੈਂਟ ਆਫ ਇੰਡੀਆ ਨੇ। ਕੇਵਲ ਤੇ ਕੇਵਲ ਜਿਹੜਾ 100 ਸਾਲ ਦਾ ਇਹ ਨਨਕਾਣਾ ਸਾਹਿਬ ਦੇ ਸਾਕੇ ਨੂੰ ਸਮਰਪਿਤ ਜਿਹੜੇ ਇਹ ਪ੍ਰੋਗਰਾਮ ਹੋਣੇ ਸਨ ਉਹਨਾਂ ਨੂੰ ਟੋਰਪੀਡੋ ਕਰਨ ਵਾਸਤੇ। ਇਸ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਜੋ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦਾ ਔਰ ਗੁਰੂ ਦੀਆਂ ਸਿੱਖ ਸੰਗਤਾਂ ਦਾ ਜਿਸ ਤਰੀਕੇ ਨੂੰ ਅਪਮਾਨਿਤ ਕੀਤਾ, ਇਹ ਬਹੁਤ ਹੀ ਨਿੰਦਣਯੋਗ ਹੈ, ਬਹੁਤ ਹੀ ਮਾੜੀ ਟੇਸਟ ਹੈ, ਇਟਸ ਇਨ ਬੈਡ ਟੇਸਟ ਔਰ ਬਹੁਤ ਡਿਸਰਿਸਪੈਕਟਫੁਲ ਤਰੀਕੇ ਨਾਲ ਜੋ ਇਹ ਸਾਰੇ ਪ੍ਰੋਗਰਾਮ ਨੂੰ ਗਵਰਨਮੈਂਟ ਆਫ ਇੰਡੀਆ ਨੇ ਕੈਂਸਲ ਕੀਤਾ। ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ
ਔਰ ਗੁਰੂ ਨਾਨਕ ਨਾਮ ਲੇਵਾ ਸੰਗਤ ਇਸ ਨੂੰ ਕੰਡੈਮ ਕਰਦੀ। ਕੀ ਤੁਸੀਂ ਇਹੀ ਕਾਰਨ ਸਮਝਦੇ ਹੋ ਕਿ ਕਿਸਾਨਾਂ ਦੀ ਹਮਾਇਤ ਜਿਹੜੀ ਹੈ ਅਕਾਲੀ ਦਲ ਨੇ ਇੱਥੇ ਕੀਤੀ ਔਰ ਇਹੀ ਕਾਰਨ ਹੈ ਕਿ ਉਹਨਾਂ ਦਾ, ਜਾਂ ਤੁਸੀਂ ਕੋਈ ਹੋਰ ਕਾਰਨ ਮਨਸ਼ਾ ਕੀ ਸਮਝਦੇ ਹੋ ਸਰਕਾਰ? ਹਾਂਜੀ, ਸਰਕਾਰ ਦੀ ਮਨਸ਼ਾ ਤੁਸੀਂ ਇਹਦੇ ਪਿੱਛੇ ਕੀ ਸਮਝਦੇ ਹੋ? ਦੇਖੋ ਮੈਂ ਤਾਂ ਬੜਾ ਕਲੀਅਰ ਆ ਜੀ, ਆਪ ਹੀ ਗਵਰਨਮੈਂਟ ਆਫ ਇੰਡੀਆ ਕਹਿ ਨਹੀਂ ਰਹੀ ਕਿ ਕੋਰੋਨਾ ਦੇ ਤਾਂ ਕੇਸਿਸ ਬਹੁਤ ਘਟ ਗਏ। ਬਾਕੀ ਜਦ ਸਾਰੀ ਦੁਨੀਆ 'ਚ ਆਪ ਗਵਰਨਮੈਂਟ ਆਫ ਇੰਡੀਆ ਕਲੇਮ ਕਰਦੀ ਹੈ ਕਿ ਕੋਰੋਨਾ ਦੇ ਕੇਸਿਸ ਘਟ ਗਏ ਆ, ਔਰ ਜਦ ਸਾਡੀਆਂ ਧਾਰਮਿਕ ਭਾਵਨਾਵਾਂ ਜੁੜੀਆਂ ਕਿਸੇ ਪ੍ਰੋਗਰਾਮ ਨਾਲ, ਜਹੇਦਾਰ ਸਾਹਿਬ ਆਪ ਦੇਖੋ, ਜਹੇਦਾਰ ਸਾਹਿਬ ਆਪ ਬੜੇ ਸੁਲਝੇ ਨੇ, ਸਿਆਣੇ ਨੇ, ਜ਼ਿੰਮੇਵਾਰ ਵਿਅਕਤੀ ਨੇ, ਤੇ ਜੇ ਉਹ ਜਾਣਾ ਚਾਹ ਰਹੇ ਆ, ਸਿੱਖ ਸੰਗਤ ਜਾਣਾ ਚਾਹ ਰਹੀ ਹੈ, ਤੇ ਕਿਸੇ ਨੂੰ ਕੀ ਪ੍ਰੋਬਲਮ ਹੈ? ਸਾਡਾ ਮਤਲਬ ਹੋਣੀ ਨਹੀਂ ਚਾਹੀਦੀ, ਦੇ ਸ਼ੁੱਡ ਬੀ ਅਸਿਸਟਿੰਗ। ਮਗਰ ਜੋ ਰਵੱਈਆ ਅਪਣਾਇਆ ਗਿਆ ਉਹ ਕੇਵਲ ਤੇ ਕੇਵਲ ਮੈਂ ਸਮਝਦਾ ਕਿ ਕਿਉਂਕਿ ਬਾਰਡਰ ਤੇ ਪੰਜਾਬੀਆਂ ਨੇ ਗਵਰਨਮੈਂਟ ਆਫ ਇੰਡੀਆ ਦੇ ਵਿਰੁੱਧ ਸਾਡੇ ਕਿਸਾਨਾਂ ਨੇ ਉੱਥੇ ਮੋਰਚਾ ਲਾਇਆ, ਇਹ ਸਬਕ ਸਿਖਾਉਣ ਵਾਸਤੇ ਮੈਂ ਸਮਝਦਾ ਇਹ ਜੀਆਂ ਕੋਦੀਆਂ ਚਾਲਾਂ ਗਵਰਨਮੈਂਟ ਆਫ ਇੰਡੀਆ ਵੱਲੋਂ ਚੱਲੀਆਂ ਜਾ ਰਹੀਆਂ ਨੇ, ਜਿਹਦੇ ਨਾਲ ਕੋਈ ਉਹਨਾਂ ਨੂੰ ਫਾਇਦਾ ਨਹੀਂ ਪਹੁੰਚਣਾ। ਜਿਹੜੇ ਨਤੀਜੇ ਆਏ ਨੇ ਚੋਣਾਂ ਦੇ, ਉਹਨਾਂ ਕਰਕੇ ਤੇ ਨਹੀਂ ਕਿ ਤੁਸੀਂ ਸਮਝਦੇ ਹੋ ਉਸ ਨੂੰ ਹੀ ਜਿਹਨੇ ਪੁਆਇੰਟ ਕੀਤਾ ਜਾਇਆ ਗਿਆ ਹੋਵੇ ਜਿਸ ਕਰਕੇ ਜੱਥਾ ਰੱਦ ਕਰ ਦਿੱਤਾ ਗਿਆ? ਦੇਖੋ ਕਿ ਇੱਕ ਗੱਲ ਤਾਂ ਬੜੀ ਕਲੀਅਰ ਹੈ ਕਿ ਕੇਂਦਰ ਸਰਕਾਰ ਦੀ ਪੰਜਾਬੀਆਂ ਪ੍ਰਤੀ ਜੋ ਮਨਸ਼ਾ ਹੈ, ਜੋ ਸੋਚ ਹੈ, ਜੋ ਇੱਕ ਐਟੀਟਿਊਡ ਹੈ ਨਫ਼ਰਤ ਭਰਿਆ ਦਿੱਲੀ ਦਾ, ਉਹੀ ਵੇਖਣ ਨੂੰ ਮਿਲ ਰਿਹਾ। ਦੇਖੋ ਨਨਕਾਣਾ ਸਾਹਿਬ ਦੀ ਧਰਤੀ ਤੇ ਜਾਣ ਤੋਂ ਜੇ ਕਿਸੇ ਗੁਰਸਿੱਖ ਨੂੰ, ਗੁਰੂ ਨਾਨਕ ਨਾਮ ਲੇਵਾ ਸੰਗਤ ਨੂੰ ਰੋਕਿਆ ਜਾਵੇ, ਇਹ ਤੋਂ ਮਾੜੀ ਗੱਲ ਹੋਰ ਹੋ ਕੀ ਸਕਦੀ ਹੈ? ਕੋਈ ਦੇਖੋ, ਕੋਈ ਕਿਸੇ ਨੂੰ ਕਵੇ ਕੱਲ ਤੂੰ ਮੱਕੇ ਮਦੀਨੇ ਨਹੀਂ ਜਾ ਸਕਦਾ ਜਾਂ ਅਯੋਧਿਆ ਨਹੀਂ ਜਾ ਸਕਦਾ, ਉਹਦੇ ਮਨ ਤੇ ਕੀ ਬੀਤੂ? ਜੇ ਸਾਨੂੰ ਸ਼੍ਰੀ ਨਨਕਾਣਾ ਸਾਹਿਬ ਜਾਣ ਤੋਂ ਰੋਕਿਆ ਜਾ ਰਿਹਾ ਤੇ ਸਾਡੇ ਮਨ ਤੇ ਕੀ ਬੀਤੂ? ਬੁਖਲਾਹਟ ਚ ਲੈ ਰਹੀ ਹੈ ਸੈਂਟਰਲ ਗਵਰਨਮੈਂਟ ਐਸੇ ਫੈਸਲੇ। ਬੁਖਲਾਹਟ ਹੀ ਆ, ਫਰਸਟ੍ਰੇਸ਼ਨ, ਬੁਖਲਾਹਟ, ਨਫ਼ਰਤ, ਗੁੱਸਾ। ਸੰਗਤ ਦੀ ਨਾਰਾਜ਼ਗੀ ਇਹ ਹੁੰਦੀ ਸੀ ਕਿ ਵੀਜ਼ਾ ਨਹੀਂ ਮਿਲਿਆ। ਹਾਂਜੀ, ਸੰਗਤ ਦੀ ਨਾਰਾਜ਼ਗੀ ਹੁਣ ਤੱਕ ਇਹ ਹੁੰਦੀ ਸੀ ਕਿ ਪਾਕਿਸਤਾਨ ਨੇ ਵੀਜ਼ਾ ਨਹੀਂ ਦਿੱਤਾ, ਪਰ ਇਹ ਪਹਿਲੀ ਵਾਰੀ ਹੋਇਆ ਕਿ ਵੀਜ਼ਾ ਮਿਲ ਗਿਆ, ਪਰ ਜੋ ਤਾਂ ਦੋਵਾਂ ਮੁਲਕਾਂ ਸਮਝੌਤਾ ਹੋਇਆ ਜਿੱਥੇ ਉਹ ਲੈ ਕੇ, ਇਹ ਵੈਰੀ ਫਸਟ ਟਾਈਮ ਹੈ ਕਿ ਜੱਥਾ ਵੀਜ਼ਾ ਮਿਲਣ ਤੋਂ ਬਾਅਦ ਰੋਕਿਆ ਗਿਆ। ਮੈਂ ਉਹੀ ਬੇਨਤੀ ਕਰ ਰਿਹਾ ਜੀ, ਪਹਿਲੀ ਗੱਲ ਦੇਖੋ, ਕਰਤਾਰਪੁਰ ਸਾਹਿਬ ਦਾ ਕੋਰੀਡੋਰ ਖੋਲਣ ਦੀ ਮੰਗ, ਗੁਰੂ ਨਾਨਕ ਨਾਮ ਲੇਵਾ ਸੰਗਤ ਦੀ ਅਰਦਾਸਾਂ ਕਿੰਨੇ ਚਿਰ ਬਾਅਦ ਸੁਣੀ ਗਈ? ਜੇ ਸੁਣੀ ਗਈ ਤੇ ਬੰਦ ਕਰਤਾ ਕੋਰੀਡੋਰ। ਔਰ ਜਿਹੜਾ ਬਾਰਡਰ ਕਦੇ ਨਹੀਂ ਬੰਦ ਹੋਇਆ ਸੀ ਵਾਘੇ ਦਾ, ਅੱਜ ਉਹਨੂੰ ਵੀ ਰੋਕਤਾ। ਜਥੇ ਹਰ ਸਾਲ ਜਾਂਦੇ ਰਹੇ ਆ, ਕਦੇ ਕੋਈ ਇਸ਼ੂ ਹੋਇਆ ਨਹੀਂ। ਤੁਸੀਂ ਵੋਲੰਟਰਲੀ ਲਿਖਾ ਲਓ ਕਿ ਬਈ ਸਾਨੂੰ ਜਾਣ 'ਚ ਜੇ ਕੁਝ ਹੋ ਗਿਆ ਅਸੀਂ ਆਪ ਜ਼ਿੰਮੇਵਾਰ ਹੈ। ਸਾਨੂੰ ਕਿਉਂਕਿ ਪੂਰਨ ਭਰੋਸਾ ਹੈ ਕਿ ਜਿਹੜਾ ਨਨਕਾਣਾ ਸਾਹਿਬ ਦੀ ਧਰਤੀ ਤੋਂ ਜਾ ਕੇ ਨਤਮਸਤਕ ਹੋਊਗਾ, ਗੁਰੂ ਉਹਦਾ ਵਾਲੀ ਹੈ, ਗੁਰੂ ਉਹਨਾਂ ਦਾ ਨੁਕਸਾਨ ਨਹੀਂ ਹੋਣ ਦਊਗਾ। ਮਗਰ ਜੇ ਐਨਡੀਏ ਦੇ ਵਿੱਚ ਤੁਸੀਂ ਬਣੇ ਰਹਿੰਦੇ ਜਾਂ ਪਿੱਛੇ ਹੋਏ, ਐਨਡੀਏ ਦੇ ਰਹਿੰਦਾ ਸੀ, ਦਬਾਅ ਰਹਿੰਦਾ ਸੀ ਕਿ ਅਕਾਲੀ ਦਲ ਨਾਲ ਹੈ, ਤੇ ਅਜਿਹੇ ਫੈਸਲੇ ਲੈਣ ਤੋਂ ਪਹਿਲਾਂ, ਪਰ ਜਦੋਂ ਦੇ ਐਨਡੀਏ ਤੋਂ ਤੁਸੀਂ ਅਲੱਗ ਹੋ ਗਏ ਜੇ, ਉਹ ਜ਼ਿਆਦਾ ਨਹੀਂ ਕਰ ਰਹੇ ਅਜਿਹੇ ਮਾਮਲੇ ਜਾਣ ਖੁੱਲ ਕੇ ਦਖਲ ਦੇਣ ਲੱਗ ਪਏ ਸਿੱਖਾਂ ਦੇ ਮਾਮਲੇ? ਦੇਖੋ ਮੈਂ ਬੜਾ ਕਲੀਅਰ ਆ ਜੀ, ਕਰੋਨਾ ਅੱਜ ਪੀਕ 'ਚ ਹੈ ਕਿ ਨਵੰਬਰ 'ਚ ਪੀਕ 'ਚ ਸੀ? ਸਭ ਨੂੰ ਪਤਾ ਨਵੰਬਰ ਪੀਕ ਸੀ। ਨਵੰਬਰ ਇੱਕ ਜਥਾ ਜਾ ਸਕਦਾ ਹੈ, ਤੇ ਅੱਜ ਇਹਨਾਂ ਦਾ ਗਵਰਨਮੈਂਟ ਆਫ ਇੰਡੀਆ ਕਿਵੇਂ ਲਿਖ ਰਹੀ ਹੈ ਕਿ ਹੁਣ ਕਰੋਨਾ ਦਾ ਸੰਕਟ ਬਹੁਤ ਵੱਡਾ, ਇਸ ਲਈ ਨਾ ਜਾਓ। ਦੂਜੀ ਗੱਲ, ਇਹ ਸਾਰਾ ਕੁਝ, ਹਾਂ ਜੇ ਅਸੀਂ ਐਨਡੀਏ ਦੇ ਹਿੱਸਾ ਹੁੰਦੇ ਤੇ ਉੱਥੇ ਕੋਈ ਸਮਝਾਉਂਦਾ। ਅਫਸੋਸ ਦੀ ਗੱਲ ਹੈ ਕਿ ਸਾਡੇ ਪੰਜਾਬੀ ਭਾਵੇਂ ਭਾਜਪਾ ਦੇ ਵੀਰੇ ਵੀ ਨਹੀਂ ਜਾ ਕੇ ਦੱਸਦੇ ਉੱਥੇ। ਤੁਸੀਂ ਕਿਸੇ ਧਰਮ ਦੀ ਆਸਥਾ ਨਾਲ, ਉਹਨਾਂ ਦੇ ਰਿਲੀਜੀਅਸ ਪ੍ਰੋਗਰਾਮ 'ਚ ਇਸ ਤਰੀਕੇ ਦੀ ਦਖਲ ਅੰਦਾਜ਼ੀ ਕਦੇ ਵੀ ਕੋਈ ਬਰਦਾਸ਼ਤ ਨਹੀਂ ਕਰ ਸਕਦਾ। ਔਰ ਉਹ ਕੌਮ ਜਿਹੜੀ ਦੇਸ਼ ਲਈ ਮਰੀ ਹੈ, ਉਹ ਕੌਮ ਜਿਹਨੇ ਸਭ ਤੋਂ ਵੱਡੀਆਂ ਸ਼ਹਾਦਤਾਂ ਦਿੱਤੀਆਂ ਦੇਸ਼ ਖਾਤਰ, ਉਹ ਕੌਮ ਜਿਹੜੀ ਸਰਬੱਤ ਦੇ ਭਲੇ ਦੀ ਅਰਦਾਸ ਹੱਥੋਂ ਪੈਰੀ ਕਰਦੀ ਹੈ, ਤੁਸੀਂ ਉਹਨਾਂ ਨਾਲ ਵੀ ਤੁਸੀਂ ਆਪ ਸਮਝੋ ਜੀ ਕਿ ਕਿਸੇ ਧਰਮ ਨਾਲ ਸੰਬੰਧਿਤ ਜੀ ਨੂੰ ਕਵੇ ਕਿ ਤੂੰ ਆਪ ਦੇ ਧਰਮ ਸਥਾਨ ਤੇ ਨਹੀਂ ਜਾ ਸਕਦਾ, ਇਹ ਕਿੱਥੋਂ ਦਾ ਇਨਸਾਫ ਹੈ? ਔਰ ਇੱਕ ਮਿੰਟ ਲਾਸਟ ਗੱਲ, ਵੀਜ਼ਾ ਦੇਣ ਤੋਂ ਬਾਅਦ ਪਰਮਿਸ਼ਨਸ ਦੇਣ ਤੋਂ ਬਾਅਦ ਅਖੀਰਲੇ ਮੌਕੇ 8-10 ਘੰਟੇ ਪਹਿਲਾਂ
ਔਰ ਉਹ ਵੀ ਕੌਣ ਲੀਡ ਕਰ ਰਿਹਾ? ਸਾਡੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦਾ। ਇਹ ਸਿੱਖ ਕੌਮ ਦਾ, ਪੰਜਾਬੀਆਂ ਦਾ ਅਪਮਾਨਿਤ ਕੀਤਾ ਅੱਜ ਗਵਰਨਮੈਂਟ ਆਫ ਇੰਡੀਆ ਨੇ, ਜਿਹੜਾ ਬਹੁਤ ਹੀ ਅਨਐਕਸੈਪਟੇਬਲ ਹੈ ਔਰ ਅਸੀਂ ਕੰਡੈਮ ਕਰਦੇ ਇਹਨੂੰ ਸਟਰੋਂਗੈਸਟ ਵਰਡ। ਜਗੀਰ ਕੌਰ ਵੱਲੋਂ ਨੂੰ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਕਤਲ ਦੱਸਿਆ ਗਿਆ, ਤੁਹਾਡਾ ਕੀ ਕਹਿਣਾ? ਹਾਂਜੀ, ਬੀਬੀ ਜਗੀਰ ਕੌਰ ਵੱਲੋਂ ਇਸ ਨੂੰ, ਇਸ ਸਰਕਾਰ ਦੇ ਇਸ ਫੈਸਲੇ ਨੂੰ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਕਤਲ ਦੱਸਿਆ ਗਿਆ। 100% ਜੀ। ਮੈਂ ਆਪ ਇਹ ਗੱਲ ਕਹਿ ਰਿਹਾ ਕਿ ਗਵਰਨਮੈਂਟ ਆਫ ਇੰਡੀਆ ਦੇ ਇਸ ਐਟੀਟਿਊਡ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਅਪਮਾਨਿਤ ਕਰਨਾ, ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਅਪਮਾਨਿਤ ਕਰਨਾ, ਔਰ ਵੱਡੀ ਗੱਲ ਕਿ ਗੁਰੂ ਨਾਨਕ ਨਾਮ ਲੇਵਾ ਸੰਗਤ ਨੂੰ, ਜਿਹੜੀ ਸਰਬੱਤ ਦੇ ਭਲੇ ਲਈ ਰੋਜ਼ ਅਰਦਾਸਾਂ ਕਰਦੀ ਹੈ, ਉਸ ਕੌਮ ਨੂੰ ਅਪਮਾਨਿਤ ਕਰਨਾ ਹੈ, ਹੋਰ ਕੁਝ ਨਹੀਂ ਕੀਤਾ। ਗਵਰਨਮੈਂਟ ਆਫ ਇੰਡੀਆ ਇਟ ਇਜ਼ ਦ ਬਿਗੇਸਟ ਡਿਸਰਿਸਪੈਕਟ। ਬੀਬੀ ਜਗੀਰ ਕੌਰ ਨੇ ਪ੍ਰਧਾਨ ਮੰਤਰੀ ਸਾਹਿਬ ਨੂੰ ਮੁੜ ਚਿੱਠੀ ਲਿਖੀ ਹੈ ਕਿ ਸਾਨੂੰ ਇੱਕ ਵਾਰੀ ਫੇਰ ਵਿਚਾਰ ਕਰਕੇ ਇਹਨੂੰ ਜਥੇ ਨੂੰ ਜਾਣ ਦੀ ਆਗਿਆ ਦੇ ਦਿੱਤੀ ਜਾਵੇ। ਕੀ ਤੁਹਾਨੂੰ ਲੱਗਦਾ ਕਿ ਪ੍ਰਧਾਨ ਮੰਤਰੀ ਉਹਨਾਂ ਤੇ ਵਿਚਾਰ ਕਰਨਗੇ ਜੀ? ਦੇਖੋ, ਇੱਕ ਮੈਂ ਹੋਰ ਤੁਹਾਨੂੰ ਗੱਲ ਦੱਸ ਦਿਆਂ। ਚਲੋ, ਤੁਹਾਡਾ ਬੜਾ ਵਧੀਆ ਸਵਾਲ ਹੈ। ਜਿਹੜੇ ਇਹ ਜਿਨ੍ਹਾਂ ਨੇ ਚਿੱਠੀ ਲਿਖੀ ਆ, ਅਭੀ ਪ੍ਰਕਾਸ਼ ਜੀ, ਇਹਨਾਂ 'ਚ ਇੰਨੀ ਹਿੰਮਤ ਨਹੀਂ ਕਿ ਇਹ ਚਿੱਠੀ ਕੱਢ ਦੇਣ। ਜਿਹੜੀ ਪਰਮਿਸ਼ਨ, ਵੀਜ਼ਾ, ਸਾਰਾ ਕੁਝ ਹੋਇਆ ਹੋਵੇ, ਸਾਰੀ ਤਿਆਰੀਆਂ ਹੋਈ ਹੋਣ, ਇਹ ਜੇ ਚਿੱਠੀ ਕਢਾਈ ਗਈ ਹੈ ਤੇ ਜਿਨ੍ਹਾਂ ਦਾ ਪ੍ਰਧਾਨ ਮੰਤਰੀ ਸਾਹਿਬ ਦਾ ਜ਼ਿਕਰ ਕਰ ਰਹੇ, ਉਹਨਾਂ ਦੀ ਇੰਟਰਵੈਂਸ਼ਨ ਤੋਂ ਬਗੈਰ ਇਹ ਚਿੱਠੀ ਨਹੀਂ ਨਿਕਲੀ। ਔਰ ਜੇ ਤੁਸੀਂ ਮੈਨੂੰ ਦੂਜਾ ਸਵਾਲ ਕਰ ਰਹੇ ਹੋ ਕਿ ਕੀ ਉਹਨਾਂ ਨੇ ਮਨ ਬਦਲ ਦੇਣਾ, ਜਦ 100 ਤੋਂ ਵੱਧ ਆਪਦੀ ਕੁਰਬਾਨੀ ਬਾਰਡਰਾਂ ਤੇ ਦੇ ਗਏ ਆ ਔਰ ਲੱਖਾਂ ਲੋਕ ਅੱਜ ਕਿਸਾਨੀ ਲਈ ਅੰਦੋਲਨ 'ਚ ਬੈਠੇ, ਜਦ ਉਹਨਾਂ ਦੀ ਨਹੀਂ ਸੁਣ ਰਹੇ ਤੇ ਇੱਕ ਚਿੱਠੀ ਦਾ ਉਹਨਾਂ ਤੇ ਕਿੱਡਾ ਕੁ ਅਸਰ ਹੋਣਾ, ਇਹ ਤੁਸੀਂ ਬਿਹਤਰ ਜਾਣਦੇ। ਕਿਸਾਨ ਦਿੱਲੀ ਬਾਰਡਰ ਕਰਨ ਗਏ ਸੀ, ਕਰੋਨਾ ਦਾ ਉਦੋਂ ਵੀ ਉਹਨਾਂ ਨੇ ਕਿਹਾ ਸੀ ਕਿ ਕਰੋਨਾ ਹੈ ਆ, ਜਦੋਂ ਬਾਰਡਰ ਕਰਨ ਗਏ ਸੀ। ਤੇ ਕਰੋਨਾ ਦੀ ਆੜ 'ਚ ਸਾਰੇ ਕੰਮ ਚੱਲਣ ਦੇ ਜੀ। ਬਿਲਕੁਲ, ਕਰੋਨਾ ਦੀ ਆੜ 'ਚ ਹੀ ਸਾਰਾ ਕੁਝ ਹੋ ਰਿਹਾ ਜੀ। ਤੁਹਾਡਾ ਬੜਾ ਕਲੀਅਰ ਹੈ। ਮੈਂ ਉਹੀ ਬੇਨਤੀ ਬਾਰ-ਬਾਰ ਕਰ ਰਿਹਾ, ਨਵੰਬਰ ਕਰੋਨਾ ਦਾ ਪੀਕ ਸੀ। ਜੇ ਉਦੋਂ ਜਥਾ ਜਾ ਸਕਦਾ ਸੀ ਤੇ ਅੱਜ ਤਾਂ ਆਪ ਗਵਰਨਮੈਂਟ ਆਫ ਇੰਡੀਆ ਇਸ਼ਤਿਹਾਰ ਕਢਾ ਰਹੀ ਹੈ ਕਿ ਕਰੋਨਾ ਘਟ ਗਿਆ। ਸਰਕਾਰ ਦੇ ਇਸ ਫੈਸਲੇ ਦਾ ਵਿਰੋਧ ਕਿਸ ਤਰੀਕੇ ਨਾਲ ਜਤਾਏਗਾ, ਕਿਉਂਕਿ ਇਹ ਪੂਰੀ ਕੌਮ ਦਾ ਮੁੱਦਾ, ਇੱਕ ਕਿਸੇ ਪਾਰਟੀ ਜਾਂ ਕਿਸੇ ਖਿੱਤੇ ਦਾ ਮੁੱਦਾ ਨਹੀਂ ਹੈ। ਦੇਖੋ, ਕੌਮ ਦਾ ਮੁੱਦਾ ਵੀ ਹੈ ਜੀ, ਔਰ ਵੱਡੀ ਗੱਲ ਹੈ ਸ੍ਰੀ ਅਕਾਲ ਤਖਤ ਸਾਹਿਬ ਨੂੰ ਔਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਅਪਮਾਨਿਤ ਕਰਨ ਦਾ ਮੁੱਦਾ ਵੀ ਹੈ। ਤੁਸੀਂ ਕਾਈਂਡਲੀ ਇਸ ਗੱਲ ਨੂੰ ਸਮਝੋ ਕਿ ਸ੍ਰੀ ਅਕਾਲ ਤਖਤ ਸਾਹਿਬ ਸਭ ਤੋਂ ਸਰਵੋੱਚ ਸਾਡੇ ਲਈ ਜੋ ਗੁਰੂ ਦਾ ਮਤਲਬ ਦਰ ਹੈ, ਔਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਇੱਕ ਡੈਲੀਗੇਸ਼ਨ ਨੂੰ ਲੀਡ ਕਰ ਰਹੇ ਹੋਣ, ਉਹਦੀਆਂ ਸਾਰੀਆਂ ਪਰਮਿਸ਼ਨਾਂ ਹੋ ਗਈਆਂ ਹੋਣ, ਜਾਣ ਦਾ ਸਮਾਂ ਹੋਵੇ, ਅਖੀਰਲੇ ਮੌਕੇ 'ਚ ਉਹਨਾਂ ਨੂੰ ਰੋਕਤਾ ਜਾਵੇ, ਤੇ ਇਹ ਕੌਮ ਦਾ ਅਪਮਾਨ ਹੈ, ਇਹ ਪੰਜਾਬੀਆਂ ਦਾ ਅਪਮਾਨ ਹੈ। 550 ਸਾਲਾਂ ਤੇ ਜਿਹੜਾ ਜਥਾ ਗਿਆ ਸੀ, ਉਹਦੇ 'ਚ ਜਿਹੜੀਆਂ ਗਈਆਂ ਸੀ ਸਿਆਸੀ ਪਾਰਟੀਆਂ ਦੇ ਲੀਡਰ ਵੀ ਗਏ ਸੀ, ਆਗੂ ਗਏ ਸੀ, ਪਰ ਇਹ ਧਾਰਮਿਕ ਜਥਾ ਸੀ, ਇਹਦੇ 'ਚ ਕੋਈ ਸਿਆਸੀ ਦਖਲਅੰਦਾਜ਼ੀ ਨਹੀਂ ਸੀ। ਤੁਹਾਨੂੰ ਨਹੀਂ ਲੱਗਦਾ ਕਿ ਧਾਰਮਿਕ ਜਥੇ ਨੂੰ ਨਹੀਂ ਸੀ ਰੋਕਣਾ ਚਾਹੀਦਾ? 100% ਮੈਂ ਬਾਰ-ਬਾਰ ਗੱਲ ਇਸੇ ਤੇ ਆ ਰਿਹਾ ਕਿ ਅੱਜ ਨਾ ਤਾਂ ਕੋਈ ਪੋਲੀਟੀਕਲ ਗੱਲ ਸੀ, ਸਾਡੇ ਧਰਮ ਨਾਲ ਸੰਬੰਧਿਤ ਸੁਪਰੀਮ ਜਿਹੜੇ ਬਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੱਖਾਂ ਦੀ ਪਾਰਲੀਮੈਂਟ, ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ, ਉਹਨਾਂ ਨੂੰ ਰੋਕਣਾ ਇੱਕ ਕੇਵਲ ਤੇ ਕੇਵਲ ਅਹੰਕਾਰ ਜਿਹੜਾ ਗਵਰਨਮੈਂਟ ਆਫ ਇੰਡੀਆ ਨੇ ਵਿਖਾਇਆ ਔਰ ਪੰਜਾਬੀਆਂ ਨੂੰ ਅਪਮਾਨਿਤ, ਗੁਰਸਿੱਖਾਂ ਨੂੰ ਅਪਮਾਨਿਤ ਕਰਨ ਦਾ ਕੰਮ ਕੀਤਾ। ਸ੍ਰੀ ਅਕਾਲ ਤਖਤ ਸਾਹਿਬ ਨੂੰ ਚੈਲੰਜ ਕਰਨ ਦਾ ਕੰਮ ਕੀਤਾ, ਜਿਹੜਾ ਕਦੇ ਕੋਈ ਬਰਦਾਸ਼ਤ ਨਹੀਂ ਕਰੂਗਾ। ਹਾਂਜੀ, ਕੇਸਰੀ ਨਿਸ਼ਾਨ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਤਾਂ ਨਹੀਂ ਕੀਤੀ ਗਈ? ਸਾਰੀਆਂ ਗੱਲਾਂ ਵਿੱਚ ਹੀ ਆ ਜੀ। ਜਦੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਜਾਂ ਅਕਾਲ ਤਖਤ ਸਾਹਿਬ ਨੂੰ ਚੈਲੰਜ ਹੈ ਤਾਂ ਸਭ ਕੁਝ ਵਿੱਚ ਹੀ ਆ ਜੀ, ਕੋਈ ਕਸਰ ਰਹਿ ਗਈ ਹੈ? ਕੈਪਟਨ ਅਮਰਿੰਦਰ ਸਿੰਘ ਨੂੰ ਵੀ ਬੋਲਣਾ ਚਾਹੀਦਾ ਇਸ ਮੁੱਦੇ ਉੱਤੇ। ਕੋਈ ਜਿਹੜੀ ਬੜੀ ਗਤੀਵਿਧੀ ਹੁੰਦੀ ਹੈ, ਕੈਪਟਨ ਅਮਰਿੰਦਰ ਸਿੰਘ ਜ਼ਿਆਦਾਤਰ ਚੁੱਪ ਹੀ ਨਜ਼ਰ ਆਉਂਦੇ ਆ। ਦੇਖੋ, ਜਿੱਥੇ ਤਾਂ ਭਾਜਪਾ ਦੀ, ਦਿੱਲੀ ਦੀ, ਕੇਂਦਰ ਸਰਕਾਰ ਦੀ ਕੋਈ ਗਤੀਵਿਧੀ ਹੁੰਦੀ ਹੈ, ਕੈਪਟਨ ਅਮਰਿੰਦਰ ਸਿੰਘ ਉਹਨਾਂ ਨਾਲ ਹਾਂ ਦੀ ਸੁਰ ਮਿਲਾਉਂਦੇ ਆ। ਔਰ ਤੁਹਾਨੂੰ ਅਫਸੋਸ ਹੈ ਮੈਨੂੰ ਇਸ ਗੱਲ ਦਾ ਕਿ 550 ਸਾਲਾਂ ਦਾ ਇੱਕ ਪਾਸੇ ਕੋਰੀਡੋਰ ਖੁੱਲ ਰਿਹਾ ਤੇ ਕੈਪਟਨ ਅਮਰਿੰਦਰ ਸਿੰਘ 550 ਸਾਲਾਂ ਦੀ ਗੱਲ ਘੱਟ ਕਰ ਰਿਹਾ, ਪਾਕਿਸਤਾਨ ਨੂੰ ਸਬਕ ਸਿਖਾਉਣ ਦੀ ਗੱਲ ਕਰ ਰਹੇ ਆ। ਆਪ ਤਾਂ ਘਰੋਂ ਨਹੀਂ ਨਿਕਲਦੇ ਤੇ ਉਧਰ ਕੀ ਸਬਕ ਸਿਖਾ ਦੇਣਾ। ਐਕਚੁਅਲੀ ਉਹਨਾਂ ਦਾ ਰਲ ਮਿਲ ਕੇ ਇਹ ਸਾਰੀ ਪਲੈਨਿੰਗ ਹੋਈ ਹੈ।
ਜਿਹਦੇ ਨਾਲ ਮੈਂ ਸਮਝਦਾ ਅਕਾਲ ਤਖਤ ਸਾਹਿਬ ਨੂੰ ਔਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਅਪਮਾਨਿਤ ਕੀਤਾ ਗਿਆ। ਸ਼੍ਰੋਮਣੀ ਕਮੇਟੀ ਸਾਹਿਬ ਇਹਦੇ ਵਿੱਚ ਮਜੀਠੀਆ ਸਾਹਿਬ ਇਹਦੇ ਵਿੱਚ ਇੱਕ ਬੜਾ ਸੀਰੀਅਸ ਜਾਣਕਾਰੀ ਮਿਲੀ ਹੈ ਕਿ ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਨੇ ਜੱਥਾ ਨਾ ਭੇਜਣ ਦੀ ਸਿਫਾਰਿਸ਼ ਕੀਤੀ ਸੀ ਭਾਰਤ ਸਰਕਾਰ ਨੂੰ। ਹਾਂਜੀ, ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਨੇ ਕੇਂਦਰ ਸਰਕਾਰ ਨੂੰ ਜੱਥਾ ਨਾ ਭੇਜਣ ਦੀ ਸਿਫਾਰਿਸ਼ ਕੀਤੀ ਸੀ। ਇੱਕ ਮੈਂ ਬੇਨਤੀ ਕਰਦਿਆਂ ਜੀ, ਪੰਜਾਬ ਦਾ ਜਿਹੜਾ ਗ੍ਰਹਿ ਵਿਭਾਗ ਹੈ, ਹੋਮ ਮਿਨਿਸਟਰੀ ਹੈ, ਉਹ ਮੁੱਖ ਮੰਤਰੀ ਸਾਹਿਬ ਉਹਨੂੰ ਹੈੱਡ ਕਰਦੇ ਆ। ਮੁੱਖ ਮੰਤਰੀ ਸਾਹਿਬ ਦੇ 2 ਆਲਾ ਅਫਸਰ ਡੀਜੀਪੀ ਪੰਜਾਬ ਤੇ ਚੀਫ ਸੈਕਟਰੀ ਪੰਜਾਬ ਸਾਰੇ ਜਾਣਦੇ ਕਿ ਭਾਜਪਾ ਦੇ ਦਿੱਲੀ ਤੇ ਕੇਂਦਰ ਦੇ ਇਸ਼ਾਰੇ ਤੇ ਚੱਲਦੇ ਆ। ਜੋ ਚਿੱਠੀ ਦਿੱਲੀੋਂ ਨਿਕਲਦੀ ਹੈ ਉਹ ਇਹਨਾਂ ਦੇ ਨਾਲ ਆਫਟਰ ਕੰਸਲਟੇਸ਼ਨ ਨਿਕਲਦੀ ਹੈ, ਇਹਨਾਂ ਦੀ ਸਲਾਹ ਨਾਲ ਨਿਕਲਦੀ ਹੈ। ਇਸ ਲਈ ਦੋਵੇਂ ਰਲ ਮਿਲ ਕੇ ਖੇਡਦੇ ਆ, ਮਗਰ ਅਖੀਰ 'ਚ ਅਪਮਾਨਿਤ ਕਿਹਨੂੰ ਕੀਤਾ ਗਿਆ? ਦੇਖੋ, ਕਿਸੇ ਧਰਮ ਨਾਲ ਸੰਬੰਧਿਤ ਕਿਸੇ ਚੀਜ਼ ਨੂੰ ਵੀ ਕੋਈ ਕਵੇ ਕਿ ਤੂੰ ਜਾ ਨਹੀਂ ਸਕਦਾ ਆਫਟਰ ਗਿਵਿੰਗ ਡਿਊ ਪਰਮਿਸ਼ਨਸ, ਇਟ ਇਜ਼ ਟੋਟਲੀ ਅਨਜਸਟੀਫਾਈਡ ਐਂਡ ਅਨਐਕਸੈਪਟੇਬਲ। ਔਰ ਅੱਜ ਤੱਕ ਕਦੇ ਵੀ ਜਥੇ ਇਸ ਤਰ੍ਹਾਂ ਨਹੀਂ ਰੋਕੇ ਗਿਆ। ਔਰ ਜੇ ਨਵੰਬਰ 'ਚ ਜਾ ਸਕਦਾ ਸੀ ਤੇ ਹੁਣ ਕੀ ਪ੍ਰੋਬਲਮ ਆ ਗਈ? ਜਾਣਕਾਰੀ ਮਿਲੀ ਜੀ ਕੈਪਟਨ ਸਾਹਿਬ ਦੇ ਕਰੀਬੀਆਂ ਦਾ ਇੱਕ ਵਫਦ ਕੱਲ 8 ਮੈਂਬਰੀ ਵਫਦ ਵਾਇਆ ਟਾਰੀ ਪਾਕਿਸਤਾਨ ਗਿਆ, ਉਹਨਾਂ ਨੂੰ ਖਾਸ ਤੌਰ ਤੇ ਪਰਮਿਸ਼ਨ ਦਿੱਤੀ ਗਈ ਹੈ। ਬਿਲਕੁਲ ਸਹੀ ਗੱਲ ਹੈ ਜੀ। ਕੈਪਟਨ ਅਮਰਿੰਦਰ ਸਿੰਘ ਦੇ ਕਾਂਗਰਸ ਪਾਰਟੀ ਦਾ ਕੋਈ ਵਫਦ ਹੋਵੇ, ਉਹ ਪਾਕਿਸਤਾਨ 1 ਮਿੰਟ 'ਚ ਜਾ ਵੀ ਸਕਦਾ ਤੇ ਆ ਵੀ ਸਕਦਾ, ਉਦੋਂ ਕੋਈ ਸਿਕਿਉਰਿਟੀ ਕੰਸਰਨ ਨਹੀਂ। ਮਗਰ ਜਦੋਂ ਗੁਰਸਿੱਖਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ, ਜਿਹਨੇ ਉੱਥੇ ਹੋਕਾ ਦੀ ਕੀ ਦੇਣਾ ਹੈ, ਪਿਆਰ ਦਾ, ਸਰਬੱਤ ਦੇ ਭਲੇ ਦਾ, ਗੁਰੂ ਦਾ ਸੰਦੇਸ਼ ਨੂੰ ਉੱਥੇ ਪੈਗਾਮ ਨੂੰ ਵਧਾਉਣਾ ਹੈ, ਜਦ ਉਹਨਾਂ ਨੇ ਜਾਣਾ ਤੇ ਉਹਨਾਂ ਲਈ ਪਾਬੰਦੀਆਂ ਨੇ। ਵਿਕਰਮ ਜੀ, ਸ਼੍ਰੋਮਣੀ ਅਕਾਲੀ ਦਲ ਦਾ ਨੈਕਸਟ ਸਟੈਂਡ ਕੀ ਹੋਏਗਾ ਤੇ ਕਿਸ ਤਰ੍ਹਾਂ ਵਿਰੋਧ ਜਤਾਏ? ਦੇਖੋ, ਅਸੀਂ ਆਪ ਦੀ ਕੋਰ ਕਮੇਟੀ 'ਚ, ਕਿਉਂਕਿ ਇਹ ਮੈਟਰ ਬੜਾ ਹੀ ਸੀਰੀਅਸ ਹੈ, ਇਹ ਤੋਂ ਵੱਡਾ ਅਪਮਾਨ, ਇਹ ਤੋਂ ਵੱਡਾ ਡਿਸਰਿਸਪੈਕਟ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦੀ, ਅਕਾਲ ਤਖਤ ਸਾਹਿਬ ਦੀ ਹੋ ਨਹੀਂ ਸਕਦੀ ਸੀ। ਜੋ ਹੋਈ ਹੈ, ਕੋਰ ਕਮੇਟੀ 'ਚ ਮੈਟਰ ਨੂੰ ਟੇਕ ਅਪ ਕਰਕੇ ਜ਼ੋਰਦਾਰ ਪ੍ਰਧਾਨ ਮੰਤਰੀ ਸਾਹਿਬ ਦਾ ਤੇ ਕੇਂਦਰ ਦੀ ਸਰਕਾਰ ਦਾ ਇਹ 'ਚ ਵਿਰੋਧ ਕੀਤਾ ਜਾਊਗਾ। ਦਿਸ ਇਜ਼ ਅਨਐਕਸੈਪਟੇਬਲ। ਉਹਨਾਂ ਨੂੰ ਲੱਗਦਾ ਸੀਗਾ ਵੀ ਤੁਸੀਂ ਕਿਸਾਨੀ ਵਿਰੋਧ ਤੇ ਆਪਣਾ ਸ਼੍ਰੋਮਣੀ ਅਕਾਲੀ ਦਲ ਸਾਥ ਨਹੀਂ ਛੱਡੂਗੀ ਬੀਜੇਪੀ ਦਾ, ਇਸ ਕਰਕੇ ਸਾਥ ਛੱਡਤਾ ਕਿ ਹੁਣ ਉਹਨਾਂ ਦੀ ਫਰਸਟ੍ਰੇਸ਼ਨ ਬਾਹਰ ਆ ਰਹੀ ਹੈ। ਨਹੀਂ, ਫਰਸਟ੍ਰੇਸ਼ਨ ਤਾਂ ਹੈ ਹੀ, ਇਹ ਅਹੰਕਾਰ ਹੈ ਤੇ ਫਰਸਟ੍ਰੇਸ਼ਨ ਹੈ, ਇਹ ਡਿਕਟੇਟਰਸ਼ਿਪ ਹੈ। ਦੇਖੋ, ਡੈਮੋਕ੍ਰੇਸੀ 'ਚ ਤੁਸੀਂ ਆਪ ਪਰਮਿਸ਼ਨਾਂ ਦਿੱਤੀਆਂ, ਪਰਮਿਸ਼ਨ ਦੇਣ ਤੋਂ ਬਾਅਦ ਇੱਕ ਧਾਰਮਿਕ ਪ੍ਰੋਗਰਾਮ ਹੈ, ਕੋਈ ਉੱਥੇ ਪੋਲੀਟੀਕਲ ਪ੍ਰੋਗਰਾਮ ਨਹੀਂ ਹੈ। ਔਰ ਸਾਡੇ ਧਾਰਮਿਕ ਸਭ ਤੋਂ ਵੱਡੇ ਜਥੇਦਾਰ ਸਾਹਿਬ ਅਕਾਲ ਤਖਤ ਸਾਹਿਬ ਦੇ ਹੈੱਡ ਜਿਸ ਨੂੰ ਲੀਡ ਕਰ ਰਹੇ ਹੋਣ, ਉਹਦੇ 'ਚ ਪੋਲੀਟੀਕਲ ਤਾਂ ਕੁਝ ਰਹਿ ਹੀ ਨਹੀਂ ਗਿਆ। ਔਰ ਜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਜਦੋਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਿਆ ਸੀ ਉਦੋਂ ਲੀਡ ਕਰ ਸਕਦੇ ਸੀ, ਅੱਜ ਕੀ ਨੁਕਸ ਪੈ ਗਿਆ? ਮਤਲਬ ਕਾਂਗਰਸ ਨੇ ਵਿਰੋਧ ਕਰਦੀ ਰਹੀ, ਭਾਜਪਾ ਨੇ ਵੀ ਇਸ ਤਰ੍ਹਾਂ ਸ਼ੁਰੂ ਕਰਤਾ ਜੀ। ਹਾਂਜੀ, ਜਿਵੇਂ ਕਾਂਗਰਸ ਪਹਿਲੇ ਵਿਰੋਧ ਕਰਦੀ ਰਹੀ ਸਿੱਖ ਕਮਿਊਨਿਟੀ ਦਾ, ਹੁਣ 100% ਇੰਦਰਾ ਗਾਂਧੀ ਦੀ ਲੀਹਾਂ ਤੇ ਮੌਜੂਦਾ ਭਾਜਪਾ ਦੀ ਕੇਂਦਰ ਦੀ ਸਰਕਾਰ ਉਸੇ ਲੀਹਾਂ ਤੇ ਚੱਲ ਪਈ ਹੈ, ਗੁਰਸਿੱਖਾਂ ਦੇ ਪ੍ਰਤੀ, ਪੰਜਾਬੀਆਂ ਦੇ ਪ੍ਰਤੀ। ਵਿਕਰਮ ਜੀ, ਜਥੇ ਅਗਲੇ ਮਹੀਨੇ ਵੀ ਜਾਣੇ ਨੇ, ਜਥੇ ਲਗਾਤਾਰ ਜਾਂਦੇ ਨੇ, ਕੀ ਲੱਗਦਾ ਕਿ ਇਸ ਤੋਂ ਬਾਅਦ ਅਗਲੇ ਜਥਿਆਂ ਨੂੰ ਵੀ ਇਸੇ ਤਰ੍ਹਾਂ ਹੀ ਰੋਕਿਆ ਜਾ ਸਕਦਾ ਜੇ ਉਹਨਾਂ ਦੀ ਮਨਸ਼ਾ ਇਹੋ ਜੋ ਤੁਸੀਂ ਕਹਿ ਰਹੇ ਹੋ? ਮੇਰਾ ਵੀਰ, ਮੇਰਾ ਨਾ ਅੱਜ ਤੁਹਾਨੂੰ ਇੱਕ ਰਿਕਵੈਸਟ ਹੈ ਕਿ ਮੇਰਾ ਕੋਈ ਪੋਲੀਟੀਕਲ ਮਕਸਦ ਨਹੀਂ ਹੈ, ਮਗਰ ਮੈਂ ਇੱਕ ਗੱਲ ਬੜਾ ਕਲੀਅਰ ਹਾਂ। ਸਭ ਤੋਂ ਪਹਿਲਾਂ ਮੈਂ ਗੁਰੂ ਦਾ ਸਿੱਖ ਹਾਂ, ਔਰ ਗੁਰੂ ਦੇ ਸਿੱਖ ਹੋਣ ਦੇ ਨਾਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਕਿਸੇ ਚੀਜ਼ ਨੂੰ ਲੀਡ ਕਰ ਰਹੇ ਹੋਣ, ਉਹਨਾਂ ਨੂੰ ਇਸ ਤਰੀਕੇ ਨਾਲ ਅਪਮਾਨਿਤ ਕਰਨਾ ਇਜ਼ ਅਨਐਕਸੈਪਟੇਬਲ। ਗੁਰੂ ਨਾਨਕ ਨਾਮ ਲੇਵਾ। ਸ੍ਰੀ ਅਕਾਲ ਤਖਤ ਸਾਹਿਬ ਤੇ ਆਪਣੀ ਫਰਿਆਦ ਲੈ ਕੇ ਜਾਓਗੇ ਕਿ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਇਹ ਮਾਮਲਾ ਪੰਜ ਸਿੰਘ ਸਾਹਿਬਾਨਾਂ 'ਚ ਵਿਚਾਰਨਾ ਚਾਹੀਦਾ, ਕਿਉਂਕਿ ਭਾਜਪਾ ਦੀ ਜਿਹੜੀ ਨੀਤ ਹੈ ਤੇ ਨੀਤੀ ਹੈ, ਇਹਦੇ ਤੇ ਕੋਈ ਸਖਤ ਫੈਸਲਾ ਲੈਣਾ ਚਾਹੀਦਾ। ਦੇਖੋ, ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਆਪ ਸਮਰੱਥ ਨੇ, ਮੈਂ ਆਪ ਵੀ ਸਮਝਦਾ ਕਿ ਉਹ ਵੀ ਇਹ ਸਾਰੀ ਸਿਚੁਏਸ਼ਨ ਨਾਲ ਜਾਣੂ ਨੇ, ਔਰ ਸ਼ਾਇਦ ਉਹ ਆਪ ਵੀ ਮੀਟਿੰਗ ਸੱਦ ਕੇ ਇਸ ਗੱਲ ਤੇ ਆਪ ਵੀ ਵਿਚਾਰ ਕਰਨਗੇ। ਉਹ ਤਾਂ ਸਮਝ ਹੀ ਰਿਹਾ ਕਿ ਸਾਡੀ ਸਭ ਦੀਆਂ ਭਾਵਨਾਵਾਂ ਇਹਦੇ ਨਾਲ ਆਹਤ ਹੋਈਆਂ ਨੇ। ਵੇਖੋ, ਪੰਜਾਬ ਗੁਰਸਿੱਖ ਇਹ ਦੇਸ਼ ਦਾ ਵੱਡਾ ਹਿੱਸਾ ਨੇ, ਇਹ ਦੇਸ਼ ਵਾਸਤੇ ਪੰਜਾਬੀਆਂ ਨੇ ਸਭ ਤੋਂ ਵੱਡੀ ਕੁਰਬਾਨੀ ਦਿੱਤੀ ਹੈ। ਔਰ ਜਦ ਪੰਜਾਬੀਆਂ ਦੇ ਧਰਮ ਸਥਾਨ ਨਾਲ ਜੁੜੀ ਕੋਈ ਗੱਲ ਆਵੇ, ਸ਼੍ਰੀ ਨਨਕਾਣਾ ਸਾਹਿਬ ਦੀ ਧਰਤੀ ਨੂੰ ਨਤਮਸਤਕ ਹੋਣ ਦੀ ਗੱਲ ਆਵੇ, ਉਸ ਤੇ ਰੋਕਿਆ ਜਾਵੇ, ਪਾਬੰਦੀ ਲਾਈ ਜਾਵੇ, ਇਹ ਕਦੇ ਚਿੱਤ ਬਰਦਾਸ਼ਤ ਨਹੀਂ ਹੋ ਸਕਦਾ। ਜਿਹਨੂੰ ਉਹ ਦੇਖੋ ਜੀ, ਇਹ ਸਾਰੀਆਂ ਘਟਨਾਵਾਂ ਹੀ ਨੇ,
ਵੱਡੀ ਗੱਲ ਹੈ ਕਿ ਦਿੱਲੀ ਅੱਗੇ ਝੁਕ ਜਾਓ ਤੇ ਸਭ ਕੁਝ ਠੀਕ, ਜੇ ਦਿੱਲੀ ਅੱਗੇ ਨਾ ਝੁਕੋ ਤੇ ਸਭ ਕੁਝ ਗਲਤ। ਤੁਸੀਂ ਮੇਰੇ ਤੋਂ ਬਿਹਤਰ ਗੱਲ ਨੂੰ ਸਮਝ ਰਹੇ ਹੋ। ਇਹ ਕਾਲੀ ਭਾਜਪਾ ਦਾ ਤੋੜ ਵਿਛੋੜ ਦਾ ਨਤੀਜਾ ਤੇ ਨਹੀਂ ਮਜੀਠੀਆ ਸਾਹਿਬ ਬਹੁਤ ਸਾਰੇ ਨੈਰੇਟਿਵਸ ਆਏ ਅੰਦੋਲਨ ਨੂੰ ਫੇਲ ਕਰਨ ਵਾਸਤੇ ਔਰ 26 ਜਨਵਰੀ ਦੀ ਗਲਤੀ ਕਰਵਾਈ ਗਈ ਜਿਹੜੀ ਆ ਉਹਦਾ ਹਜੇ ਖਮਿਆਜਾ ਹਜੇ ਵੀ ਭੁਗਤਿਆ ਜਾ ਰਿਹਾ। ਦੂਸਰੇ ਨੰਬਰ ਤੇ ਕਿ ਤੁਹਾਨੂੰ ਲੱਗਦਾ ਕਿ ਆਹ ਜਿਹੜੀ ਚੀਜ਼ ਕਰਕੇ ਸਿੱਖਾਂ ਦੇ ਵਿੱਚ ਇੱਕ ਅਨਰੈਸਟ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਕਿ ਫਿਰ ਕੋਈ ਨਾ ਕਿਸੇ ਤਰੀਕੇ ਦਾ ਕੋਈ ਬਲਬਲਾ ਉੱਠੇ ਸਿੱਖਾਂ ਦੇ ਵਿੱਚ ਤੇ ਫਿਰ ਉਸ ਨੂੰ ਟਾਰਗੇਟ? ਨਹੀਂ, ਮੈਂ ਤਾਂ ਬੜਾ ਕਲੀਅਰ ਆ ਜੀ। ਆਹ ਚਿੱਠੀ ਮੈਂ ਜੋ ਤੁਸੀਂ ਸਵਾਲ ਕਰ ਰਹੇ ਹੋ ਨਾ, ਬਿਲਕੁਲ ਉਹ ਸਹੀ ਹੈ। ਇਹ ਆਪ ਹੀ ਪੰਜਾਬੀਆਂ ਨੂੰ ਜੋ ਇਹਨਾਂ ਨੇ ਕਿਸਾਨਾਂ ਨਾਲ ਕੀਤਾ ਉਹਦੇ ਨਾਲ ਵੀ ਪੰਜਾਬੀ ਏਲੀਏਨੇਟ ਹੋਇਆ ਦਿੱਲੀ ਨਾਲ, ਔਰ ਜੋ ਇਹ ਹੁਣ ਕਰ ਰਹੇ ਆ ਉਹਦੇ ਨਾਲ ਫਰਦਰ ਏਲੀਏਨੇਟ ਹੋਣਾ। ਇਹਦੇ ਨਾਲ ਕੋਈ ਫੀਲਿੰਗਸ ਤੇ ਸ਼ਾਂਤ ਨਹੀਂ ਹੋਣੀਆਂ, ਬਲਕਿ ਤਾਂ ਹੋਰ ਪੰਜਾਬੀਆਂ ਨੂੰ ਅਪਮਾਨਿਤ ਕਰਨ ਦਾ ਕੰਮ। ਔਰ ਐਤਕੀ ਕਿਉਂ ਇਹ ਹੋਰ ਖਤਰਨਾਕ ਕੰਮ ਕਰਤਾ, ਨਿੰਦਨਯੋਗ ਕੰਮ ਕਰਤਾ, ਕਿਉਂਕਿ ਲੀਡ ਕੌਣ ਕਰ ਰਿਹਾ? ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ। ਜੇ ਉਹਨਾਂ ਪ੍ਰਤੀ ਇਹ ਸੋਚ ਹੈ ਤੇ ਤੁਸੀਂ ਯੂ ਕੈਨ ਵੈਲ ਇਮੈਜਿਨ ਕਿ ਪੰਜਾਬੀ ਜਾਂ ਗੁਰਸਿੱਖਾਂ ਪ੍ਰਤੀ ਕੀ ਸੋਚ ਹੈ। ਦੂਜੀ ਗੱਲ, ਤੁਸੀਂ ਚਿੱਠੀ ਬੜੇ ਧਿਆਨ ਨਾਲ ਸੁਣੋ। ਇਹਦੇ 'ਚ 3 ਨੰਬਰ ਪੁਆਇੰਟ 'ਚ ਲਿਖਦੇ ਆ, ਯੂ ਮੇ ਆਲਸੋ ਬੀ ਅਵੇਅਰ that traffic on India-Pakistan international border remains suspended from March 2020 due to COVID-19 pandemic। ਤੇ ਇਹਨਾਂ ਨੂੰ ਪੁੱਛੋ ਕਿ ਜੇ ਸਸਪੈਂਡਡ ਸੀ ਪਰ ਨਵੰਬਰ 'ਚ ਜਥਾ ਕਿਵੇਂ ਚਲੇ ਗਿਆ? ਮਤਲਬ ਝੂਠ ਚਿੱਠੀ 'ਚ ਝੂਠ ਲਿਖਿਆ ਜਾ ਰਿਹਾ। ਇਹ ਕੋਈ ਕੌਣ ਬਰਦਾਸ਼ਤ ਕਰੂ? ਦੇਖੋ, ਸਰਕਾਰਾਂ ਦੇਸ਼ ਦੀਆਂ ਨੇ, ਸਰਕਾਰਾਂ ਤੁਹਾਡੀ ਸਭ ਦੀ, ਸਾਡੀ ਸਭ ਦੀ ਹੈ, ਮਗਰ ਸਰਕਾਰਾਂ ਇਸ ਤਰੀਕੇ ਦਾ ਝੂਠ ਬੋਲਣ ਉਹ ਕਿਵੇਂ ਬਰਦਾਸ਼ਤ ਹੋ? ਸਰ ਜਿਸ ਤਰ੍ਹਾਂ ਜਿਹੜੀ ਅੱਜ ਵੀ ਗੱਲ ਕੀਤੀ ਆ ਕਿ ਕੱਲ ਵੀ ਬੰਦੇ ਗਏ ਆ, ਚੀਫ ਮਿਨਿਸਟਰ ਸਾਹਿਬ ਦੇ ਕਹੇ ਤੇ, ਕੱਲ ਉਹਨਾਂ ਦੇ ਕਹੇ ਤੇ ਜਾ ਸਕ ਰਿਹਾ, ਤੇ ਕੋਵਿਡ ਕੱਲਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਵਾਸਤੇ ਜਾਂ ਗੁਰਸਿੱਖਾਂ ਵਾਸਤੇ ਰਹਿ ਗਿਆ? ਸਰ ਜਿਸ ਤਰ੍ਹਾਂ ਤੁਹਾਡਾ ਅਲਾਇੰਸ ਟੁੱਟਿਆ, ਹੋਰ ਬਹੁਤ ਸਾਰੇ ਸਵਾਲ ਹੋਏ। ਇੱਕ ਸਭ ਤੋਂ ਅਹਿਮ ਚੀਜ਼ ਇਹ ਹੈ ਕਿ ਜਦੋਂ ਕਿਸਾਨੀ ਅੰਦੋਲਨ ਸ਼ੁਰੂ ਹੋਇਆ ਉਸ ਤੋਂ ਬਾਅਦ ਪੂਰੀ ਦੁਨੀਆ ਦੇ ਵਿੱਚ ਉਹਦਾ ਵਿਰੋਧ ਪ੍ਰਦਰਸ਼ਨ ਹੋਏ ਔਰ ਸਰਕਾਰ ਦੇ ਖਿਲਾਫ ਗੁੱਸਾ ਨਜ਼ਰ ਆਇਆ। ਤਾਂ ਹੁਣ ਜਦੋਂ ਨਨਕਾਣਾ ਸਾਹਿਬ ਵਿਖੇ ਕੋਈ ਵੀ ਸਮਾਗਮ ਕੀਤਾ ਜਾਂਦਾ ਉਹਦੇ ਵਿੱਚ ਦੁਨੀਆ ਭਰ ਤੋਂ ਸਿੱਖ ਜਿਹੜੇ ਸ਼ਾਮਿਲ ਹੁੰਦੇ ਆ, ਤੇ ਤੁਹਾਨੂੰ ਨਹੀਂ ਲੱਗਦਾ ਕਿ ਸਰਕਾਰ ਕਿਤੇ ਨਾ ਕਿਤੇ ਇਸ ਗੱਲ ਤੋਂ ਵੀ ਡਰੀ ਹੈ ਕਿ ਪਾਕਿਸਤਾਨ ਦੀ ਧਰਤੀ ਤੇ ਕਿਸਾਨੀ ਅੰਦੋਲਨ ਦੀ ਵੀ ਗੱਲ ਛੇੜੀ ਜਾ ਸਕਦੀ ਹੈ? ਮੇਰਾ ਵੀਰ, ਇੱਕ ਮੈਂ ਗੱਲ ਦੱਸਾਂ। ਪਹਿਲੀ ਗੱਲ, ਜੇ ਕੋਈ ਸਰਕਾਰ ਸਮਝੇ ਕਿ ਗੁਰਸਿੱਖ ਤੇ ਪੰਜਾਬੀ ਕਮਜ਼ੋਰ ਦਿਲ ਨੇ, ਕਿ ਕੋਈ ਮਰਜ਼ੀ ਆ ਕੇ ਉਹਨਾਂ ਨੂੰ ਇਨਫਲੂਐਂਸ ਕਰ ਦੂ ਔਰ ਜੋ ਮਰਜ਼ੀ ਉਹਨਾਂ ਨੂੰ ਆ ਕੇ ਪਾਠ ਪੜ੍ਹਾ ਜੂ ਤੇ ਉਹ ਬੋਲੀ ਬੋਲਣ ਲੱਗ ਜਾਣਗੇ, ਨਹੀਂ। ਜੇ ਅੱਜ 90% ਕੁਰਬਾਨੀਆਂ ਤੇ 100% ਕਾਲੇ ਪਾਣੀ ਦੀ ਸਜ਼ਾ ਕੱਟਣ ਤੋਂ ਬਾਅਦ ਵੀ, ਜਾਂ ਲੇਟੈਸਟ ਗਲਵਾਨ ਦੇ ਜਿਹੜੇ ਕਲੈਸ਼ਿਜ ਹੋਏ ਆ, ਸਭ ਤੋਂ ਵੱਧ ਕੁਰਬਾਨੀ ਪੰਜਾਬੀਆਂ ਨੇ ਦਿੱਤੀ ਹੈ, ਤੇ ਹਲੇ ਵੀ ਦੇਸ਼ ਭਗਤੀ ਦਾ ਸਰਟੀਫਿਕੇਟ ਜਾਂ ਪੰਜਾਬੀ ਤੇ ਗੁਰਸਿੱਖ ਨੂੰ ਦੇਣਾ ਪਊਗਾ, ਫੇਰ ਬਹੁਤ ਅਫਸੋਸ ਦੀ ਗੱਲ ਹੈ। ਔਰ ਜਿਹੜੀ ਸਰਕਾਰ ਇਸ ਤਰੀਕੇ ਦਾ ਰਵੱਈਆ ਪੰਜਾਬੀ ਜਾਂ ਗੁਰਸਿੱਖਾਂ ਪ੍ਰਤੀ ਰੱਖ ਰਹੀ ਹੈ, ਉਹ ਫਿਰ ਦੇਸ਼ ਦਾ ਭਲਾ ਨਹੀਂ ਮੰਗ ਰਹੀ, ਉਹ ਦੇਸ਼ ਦਾ ਨੁਕਸਾਨ ਕਰਨ ਨੂੰ ਫੇਰ ਰਹੀਆਂ ਨੇ। ਔਰ ਮੈਂ ਜਿਹੜੀ ਗੱਲ ਤੇ ਬਾਰ-ਬਾਰ ਆ ਰਿਹਾ ਇੱਥੇ, ਵੇਖੋ ਇਹਦੇ 'ਚ ਮੈਂ ਇੱਕ ਹੋਰ ਪੁਆਇੰਟ ਜਿਹੜਾ ਤੁਹਾਨੂੰ ਦੱਸਣਾ ਸੀ। ਹਾਂ, ਇਹਦੇ 'ਚ ਗੱਲ ਇਹ ਕਰ ਰਹੇ ਆ ਦੈਟ ਕੋਰੋਨਾ ਦੀ। ਇਹ ਮੈਨੂੰ ਇੱਕ ਗੱਲ ਦੱਸੋ, ਹਵਾਈ ਅੱਡੇ ਤੋਂ ਕਿਹੜਾ ਜਹਾਜ਼ ਕਿੱਥੇ ਨਹੀਂ ਜਾ ਰਿਹਾ? ਕਿਹੜੇ ਦੇਸ਼ ਨੂੰ ਜਹਾਜ਼ ਨਹੀਂ ਜਾ ਰਿਹਾ? ਹਰ ਦੇਸ਼ ਨੂੰ ਜਹਾਜ਼ ਜਾ ਰਹੇ ਆ। ਕੋਰੋਨਾ ਦਾ ਟੈਸਟ ਕਰਾਓ ਤੇ ਜਿੱਥੇ ਮਰਜ਼ੀ ਜਾਓ, ਔਰ ਉੱਥੇ ਉਹਨਾਂ ਦਾ ਕੁਆਰੰਟੀਨ ਸਿਸਟਮ ਫੋਲੋ ਹੋ ਰਿਹਾ। ਜੇ ਦੁਨੀਆ ਭਰ 'ਚ ਜਹਾਜ਼ ਜਾ ਸਕਦਾ ਹੈ ਤੇ ਇੱਕ 100 ਕਿਲੋਮੀਟਰ ਦਾ ਫਾਸਲਾ, 100 ਮੀਲ ਦਾ ਫਾਸਲਾ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੋਂ, ਸ੍ਰੀ ਅਕਾਲ ਤਖਤ ਸਾਹਿਬ ਤੋਂ, ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨਹੀਂ ਕਰ ਸਕਦੇ? ਤੇ ਕਮਾਲ ਹੋ ਗਈ। ਐਡੀ ਨਫ਼ਰਤ, ਐਡੀ ਬੇਇਨਸਾਫੀ, ਐਡੀ ਧੱਕੇਸ਼ਾਹੀ। ਮਤਲਬ ਇਹ ਦੇਸ਼ ਨੂੰ ਵੰਡਣਾ ਚਾਹੁੰਦੇ ਆ, ਦੇਸ਼ ਦਾ ਨੁਕਸਾਨ ਕਰਨ ਤੇ ਹੋਏ। 100% ਜਾਣਬੁੱਝ ਕੇ ਕੀ ਆ ਜੀ? ਹੈ ਹੀ ਹੋਰ ਕੁਝ ਨਹੀਂ, ਹੋਰ ਕੁਝ ਹੈ ਹੀ ਨਹੀਂ। ਦੇਖੋ, ਮੈਂ ਅੱਗੇ ਕਿਹਾ ਕਿ ਅਸੀਂ ਸਾਰੇ ਸ੍ਰੀ ਅੰਮ੍ਰਿਤਸਰ ਸਾਹਿਬ ਨਾਲ ਸੰਬੰਧਿਤ, ਸਾਡੀ ਤਾਂ ਇੱਕ ਅੱਜ ਦੀ ਖਬਰਾਂ ਪੜ੍ਹ ਕੇ ਅਸੀਂ ਸਾਰਿਆਂ ਨੇ ਮਹਿਸੂਸ ਕੀਤਾ ਕਿ ਇਹ ਬੜੀ ਵੱਡੀ ਬੇਇਨਸਾਫੀ। ਦੇਖੋ, ਸਾਰੇ ਹਰ ਬੰਦਾ ਪਹਿਲਾਂ ਗੁਰੂ ਦਾ ਸਿੱਖ ਹੈ, ਫਿਰ ਮਗਰੋਂ ਕੁਝ ਹੋਰ ਹੈ। ਔਰ ਇਸ ਤਰੀਕੇ ਦਾ ਅਪਮਾਨ ਕਰਨਾ, ਇਸ ਤਰੀਕੇ ਦਾ ਝੂਠ ਲਿਖਣਾ ਚਿੱਠੀ 'ਚ,
कि कोरोना, फिर जहाज क्यों जा रहे, जहाज बंद करो। और जे कोरोना ते कल क्यों बंदे गए, सीएम साहब दे आखे थे, जे कोरोना ते नवंबर च क्यों गए। और वो भी किते मेरा वीजा डिनाई हो जाता बर्दाश्त सी, इन्हां दा हो जाता रनीके साहब का या लोपोके साहब का। यह किहड़ा काम होया श्री अकाल तख्त साहब के जहेदार जिहड़े सर्वोच्च साडे लई सिख कौम के महान लीडर ने, उन्हां नूं रोकना। ਜਿਹੜਾ अकाल तख्त साहब की सुपरमसी ਨੂੰ चैलेंज है, श्री अकाल तख्त साहब ਨੂੰ ਇਹ जो सोच है, जो मर्यादा, उसनूं सीधे ਢਾਹ ਲਾਉਣ ਦੀ कोशिश है। ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੂੰ ਮਿਲ ਕੇ षड्यंत्र रचिਆ ਗਿਆ। ਦੋਵੇਂ ਸਰਕਾਰਾਂ, ਪੰਜਾਬ ਸਰਕਾਰ ਤੇ ਕੇਂਦਰ ਦੀ ਭਾਜਪਾ ਸਰਕਾਰ ਇੱਕੋ ਰੂਪ ਹੈ। ਇਹ ਰਲ ਕੇ ਖੇਡ ਰਹੇ ਹਰ ਮੁੱਦੇ ਤੇ। ਔਰ ਜਿਹੜੇ ਸਾਡੇ ਅਫਸਰਸ਼ਾਹੀ ਨੂੰ ਹੈਡ ਕਰ ਰਹੇ ਆ ਪੰਜਾਬ 'ਚ, ਉਹ ਤਾਂ ਹੈ ਹੀ ਕਠਪੁਤਲੀਆਂ ਦਿੱਲੀ ਦੀਆਂ। ਉਹ ਤੁਹਾਨੂੰ ਕੀ ਕੈਪਟਨ ਅਮਰਿੰਦਰ ਸਿੰਘ ਦੇ ਬੰਦੇ ਜਾਪਦੇ ਹੋ? ਉਹ ਤਾਂ ਖੇਡਣ ਵਾਲੇ ਦਿੱਲੀ ਦੇ ਹੱਥਾਂ 'ਚ ਨੇ। ਪਿਛਲੇ 2 ਸਾਲਾਂ 'ਚ 6000 ਤੋਂ ਜ਼ਿਆਦਾ ਕੇਸ ਦਰਜ ਹੋਏ ਨੇ ਭਾਰਤ ਦੇ ਵਿੱਚ, ਦੇਸ਼ ਤੋਂ ਹੀ ਨੇ। ਪਹਿਲੀ ਵਾਰੀ ਇਸ ਤਰ੍ਹਾਂ ਹੈ, ਤੁਹਾਨੂੰ ਕਿਸ ਤਰ੍ਹਾਂ ਮਾਹੌਲ ਬਣਾਇਆ ਜਾ ਰਿਹਾ? ਮੇਰਾ ਵੀਰ, ਅੱਜ ਨਾ ਇਹ ਮੁੱਦਾ ਮੈਂ ਨਹੀਂ ਬਾਕੀ ਮੁੱਦੇ ਛੇੜਨਾ ਚਾਹੁੰਦਾ। ਇਹ ਬੜਾ ਹੀ ਸੈਂਸਿਟਿਵ ਮੁੱਦਾ ਹੈ ਤੇ ਸਾਡੀਆਂ ਭਾਵਨਾਵਾਂ ਨਾਲ ਜੁੜਿਆ ਹੋਇਆ ਮੁੱਦਾ ਹੈ। ਸ਼੍ਰੀ ਅਕਾਲ ਤਖਤ ਸਾਹਿਬ ਦਾ ਜਹੇਦਾਰ ਸਾਹਿਬ ਨੂੰ ਅਪਮਾਨਿਤ ਕਰਨ ਦਾ ਮੁੱਦਾ ਹੈ। ਸਾਡੇ ਲਈ ਇਸ ਤੋਂ ਵੱਡਾ ਮੁੱਦਾ ਕੋਈ ਨਹੀਂ। ਇਸ ਲਈ ਕਿਸੇ ਹੋਰ ਚੀਜ਼ ਨੂੰ ਇਹਦੇ ਨਾਲ ਨਾ ਜੋੜਿਆ ਜਾਵੇ, ਇਹ ਗੱਲ ਠੀਕ ਨਹੀਂ। ਗ੍ਰਹਿ ਮੰਤਰਾਲੇ ਨੂੰ ਜਾਂ ਭਾਰਤ ਸਰਕਾਰ ਨੂੰ ਜਥੇਦਾਰ ਕੋਲੋਂ, ਸਿੱਖ ਕੌਮ ਕੋਲੋਂ ਇਸ ਗਲਤੀ ਵਾਸਤੇ ਮਾਫੀ 100% ਜੇ ਪੰਜਾਬੀਆਂ ਨੂੰ ਗੁਰੂ ਦੇ ਸਿੱਖਾਂ ਦਾ ਸਤਿਕਾਰ ਕੇਂਦਰ ਦੀ ਸਰਕਾਰ ਕਰਦੀ ਹੈ ਤੇ ਇਹ ਜਿਹੜੀ ਮਾੜੀ ਹਰਕਤ ਕੀਤੀ ਆ, ਇਹ ਕੋਝੀ ਸਾਜ਼ਿਸ਼ਾਂ ਜਿਹੜੀਆਂ ਰਚੀਆਂ ਗਈਆਂ ਨੇ, ਇਹ ਅਫਸਰ ਇਹਨੂੰ ਸਸਪੈਂਡ ਕਰਨ ਤੇ ਕੇਂਦਰ ਦੀ ਸਰਕਾਰ ਮਾਫੀ ਮੰਗੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਕੋਲੋਂ ਤੇ ਸਿੱਖ ਕੌਮ ਕੋਲੋਂ। ਜੇ ਅਸੀਂ ਸ਼੍ਰੀ ਨਨਕਾਣਾ ਸਾਹਿਬ ਨਹੀਂ ਜਾ ਸਕਦੇ ਤੇ ਇਸ ਤੋਂ ਵੱਡੀ ਅਪਮਾਨ ਦੀ ਗੱਲ ਕੀ ਹੋ ਸਕਦੀ। ਵਿਕਰਮ ਜੀ, ਸਾਰੇ ਧਰਮ ਜਿਹੜੇ ਕਿਸਾਨੀ ਸੰਘਰਸ਼ ਦੇ ਵਿੱਚ ਜੁੜੇ ਹੋਏ, ਪਰ ਟਾਰਗੇਟ ਸਿੱਖਾਂ ਨੂੰ ਕੀਤਾ ਜਾ ਰਿਹਾ। ਦੇਖੋ, ਇਹ ਗੱਲ ਤਾਂ ਬੜੀ ਸਪਸ਼ਟ ਹੈ ਜੀ। ਪਹਿਲਾਂ ਸਾਡੇ ਪੰਜਾਬੀ ਭਰਾਵਾਂ ਨੂੰ, ਦੇਸ਼ ਦੇ ਅੰਨਦਾਤਾ ਨੂੰ ਖਾਲਿਸਤਾਨੀ, ਵੱਖਵਾਦੀ, ਅੱਤਵਾਦੀ, ਨਕਸਲ, ਪਾਕਿਸਤਾਨ, ਚਾਈਨਾ ਦਾ ਏਜੰਟ, ਵਿਚੋਲੀਆ, ਸਾਰਾ ਕੁਝ ਕਹਿਤਾ। ਜਦ ਸਾਰੇ ਕੰਮ ਫੇਲ ਹੋ ਗਏ, ਜਦੋਂ ਉੱਥੇ ਐਕਸ ਸਰਵਿਸਮੈਨ ਬੈਠੇ ਰਹੇ, ਆਰਮੀ 'ਚ ਬੈਠੇ ਉਹਨਾਂ ਦੇ ਨਿਆਣਿਆਂ ਨੇ ਝੰਡੇ ਬੁਲੰਦ ਕੀਤੇ ਆਪਦੇ ਮਾਪਿਆਂ ਦੇ, ਤਾਂ ਜਾ ਕੇ ਚੁੱਪ ਕੀਤੇ। ਔਰ ਮੈਂ ਇਸ ਤੇ ਔਨ ਰਿਕਾਰਡ ਟਕੈਤ ਸਾਹਿਬ ਦਾ ਧੰਨਵਾਦ ਕਰਦਾ, ਜਿਨ੍ਹਾਂ ਨੇ ਹਿੰਦੂ ਸਿੱਖ ਭਾਈਚਾਰੇ ਨੂੰ ਬਰਕਰਾਰ ਰੱਖਣ ਵਾਸਤੇ ਜੋ ਸੈਂਟਰ ਦੀਆਂ ਚਾਲਾਂ ਸੀ ਉਹਨਾਂ ਨੂੰ ਫੇਲ ਕੀਤਾ। ਔਰ ਇਹਦੇ 'ਚ ਸਾਡੇ ਹਰਿਆਣੇ ਦੇ ਭਰਾਵਾਂ ਦਾ, यूपी, बिहार, यूपी, मध्य प्रदेश, राजस्थान, सारे सूबਿਆਂ ਦੇ ਭਰਾਵਾਂ ਦਾ ਅੰਨਦਾਤਾ ਦਾ ਧੰਨਵਾਦ। ਮਜੀਠੀਆ ਸਾਹਿਬ, ਬੀਜੇਪੀ ਵੱਲੋਂ ਹਮੇਸ਼ਾ ਰਾਮ ਮੰਦਿਰ ਦੇ ਨਾਂ ਤੇ ਪੋਲਿਟਿਕਸ ਕੀਤੀ ਗਈ। ਦੂਸਰੇ ਨੰਬਰ ਤੇ ਹੁਣ ਰਾਮ ਮੰਦਿਰ ਦੇ ਨਾਂ ਤੇ ਹੀ ਜਿਹੜਾ ਵਾ ਉਹ ਪੈਸਾ ਇਕੱਠਾ ਕੀਤਾ ਜਾ ਰਿਹਾ ਰਾਮ ਮੰਦਿਰ ਦੇ ਨਿਰਮਾਣ ਵਾਸਤੇ। ਦੂਸਰੇ ਪਾਸੇ ਇਸ ਢੰਗ ਨਾਲ ਟਾਰਗੇਟ ਕਰਨਾ ਜਿਹੜਾ ਜਥੇਦਾਰ ਸਾਹਿਬ ਨੂੰ, ਤੁਸੀਂ ਕੀ ਲੱਗਦਾ ਤੁਹਾਨੂੰ ਇਹਦੇ ਵਿੱਚ ਕੀ ਸਿਆਸਤ ਨਜ਼ਰ ਆਉਂਦੀ? ਦੇਖੋ, ਇਹ ਬੜਾ ਤੁਹਾਡਾ ਵੈਲਿਡ ਕੁਐਸਚਨ ਹੈ। ਹੁਣ ਮੈਂ ਆਪਦਾ ਪਰਸਨਲ ਐਕਸਪੀਰੀਅੰਸ ਦੱਸਦਾ। ਮੈਨੂੰ ਇੱਕ ਬੀਜੇਪੀ ਲੀਡਰ ਦਾ ਫੋਨ ਕਰੀ ਜਾ ਰਿਹਾ ਤੇ ਮੈਨੂੰ ਨਾ ਸਮਝ ਆਈ ਕਿ ਸਾਡੇ ਨਾਲ ਤਾਂ ਗੱਲ ਹੋਈ ਨਹੀਂ, ਹੁਣ ਸਾਲ ਹੋ ਗਿਆ ਤੇ ਮੈਨੂੰ ਕਿਉਂ ਫੋਨ ਕਰੀ ਜਾ ਰਿਹਾ। ਮੈਂ ਸੋਚਿਆ ਕਿ ਸ਼੍ਰੋਮਣੀ ਅਕਾਲੀ ਦਲ 'ਚ ਆਉਣਾ ਚਾਹੁੰਦੇ ਤਾਂ ਫੋਨ ਕਰੀ ਜਾ ਰਹੇ ਆ। ਮੈਂ ਫੋਨ ਘੁਮਾ ਲਿਆ, ਮੈਨੂੰ ਕਹਿੰਦੇ ਜੀ ਤੁਹਾਡੇ ਕੋਲ ਆਉਣਾ ਤੇ ਮੈਂ ਕਿਹਾ ਪਾਰਟੀ ਜੁਆਇਨ ਕਰਨੀ ਹੈ। ਕੋਈ ਲੀਡਰ ਵੱਡਾ ਸੀ, ਛੋਟਾ ਲੀਡਰ ਨਹੀਂ ਸੀ, ਵੱਡਾ ਲੀਡਰ ਸੀ ਬੜਾ। ਤੇ ਮੈਨੂੰ ਸਾਹਿਬ ਨਾਲ ਗੱਲ ਕਰਨੀ ਪੈਣੀ। ਕਹਿੰਦਾ ਨਹੀਂ ਪਾਰਟੀ ਨਹੀਂ ਜੁਆਇਨ ਕਰਨੀ, ਤੁਹਾਡੇ ਤੋਂ ਰਾਮ ਮੰਦਿਰ ਦਾ ਚੈੱਕ ਲੈਣਾ। ਮੈਨੂੰ ਉਹ ਨਹੀਂ ਦੁੱਖ, ਰਾਮ ਮੰਦਿਰ ਦਾ ਚੈੱਕ ਹਰ ਪੰਜਾਬੀ ਵੀਰ ਦਊਗਾ, ਇਹ ਕੋਈ ਪ੍ਰੋਬਲਮ ਨਹੀਂ। ਜਿਹੜਾ ਪੰਜਾਬੀ ਵੀਰ ਉਹਦੇ ਨਾਲ ਅਸੀਂ ਭਾਈਚਾਰਕ ਸਾਂਝ ਵਾਲੇ ਲੋਕ ਹਾਂ, ਅਸੀਂ ਹਰ ਧਰਮ ਦਾ ਸਤਿਕਾਰ ਕਰਨ ਵਾਲੇ ਲੋਕ ਹਾਂ। ਮਗਰ ਚੈੱਕ ਜਿਹਨੇ ਦੇਣਾ ਉਹਨੇ ਰਾਮ ਮੰਦਿਰ ਟਰਸਟ ਨੂੰ ਸਿੱਧੇ ਦੇ ਦੇਣਾ। ਇਹਨਾਂ ਨੂੰ ਦਿੱਤੇ ਦਾ ਤਾਂ ਪਤਾ ਨਹੀਂ ਕਿੱਥੇ ਜਾਣਾ। ਜੇ ਤੁਸੀਂ ਰਾਮ ਮੰਦਿਰ ਦੇ ਨਾਂ ਤੇ ਚੈੱਕ ਲੈ ਸਕਦੇ ਹੋ, ਲਓ, ਮੈਨੂੰ ਨਹੀਂ ਪ੍ਰੋਬਲਮ, ਜਿਹਨੇ ਲੈਣਾ ਲਵੇ। ਜਾਣਾ ਰਾਮ ਮੰਦਿਰ ਨੂੰ ਲੱਗਣਾ ਚਾਹੀਦਾ। ਮਗਰ ਜੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਹੇਦਾਰ ਸਾਹਿਬ ਨੇ, ਸ਼੍ਰੀ ਨਨਕਾਣਾ ਸਾਹਿਬ ਗੁਰੂ ਦੀਆਂ ਸੰਗਤਾਂ ਨੇ ਨਤਮਸਤਕ ਹੋਣ ਜਾਣਾ, ਉੱਥੇ ਪਾਬੰਦੀ ਲਾ ਦਿਓ, ਫਿਰ ਬਹੁਤ ਵੱਡੀ ਪ੍ਰੋਬਲਮ ਹੈ। ਔਰ ਇਹ ਬੇਇਨਸਾਫੀ ਹੈ, ਇਹ ਧੱਕੇਸ਼ਾਹੀ ਹੈ, ਇਹ ਧੋਖਾਧੜੀ ਹੈ।
ਇਹ ਦੋਹਰੇ ਮਾਪਦੰਡ ਹੈ ਜਿਹੜੇ ਕੋਈ ਪੰਜਾਬੀ ਜਾਂ ਕੋਈ ਦੇਸ਼ ਨੂੰ ਪਸੰਦ, ਇਸ ਦੇਸ਼ ਦੀ ਧਰਤੀ ਨੂੰ ਪਿਆਰ ਕਰਨ ਵਾਲਾ ਬੰਦਾ ਕਦੇ ਚੰਗਾ ਨਹੀਂ ਸਮਝ ਸਕਦਾ। ਤੁਸੀਂ ਕਿਹਾ ਕਿ ਤੁਹਾਨੂੰ ਲੱਗਿਆ ਕਿ ਉਹ ਆਣਾ ਚਾਹੁੰਦਾ ਹੀ ਅਕਾਲੀ ਦਲ 'ਚ, ਤੁਹਾਨੂੰ ਲੱਗਦਾ ਕਿ ਇਹੋ ਜਿਹਾ ਮਾਹੌਲ ਬਣਿਆ ਕਿ ਬੀਜੇਪੀ ਲੀਡਰ ਅਕਾਲੀ ਦਲ ਜਾਣਾ ਚਾਹੁੰਦੇ ਨੇ? ਉਹ ਯਾਰ ਇਹ ਕੋਈ ਮੁੱਦਾ ਤੁਸੀਂ ਦੱਸਿਆ ਕਿ ਕਹਿੰਦੇ ਮੈਂ ਤਾਂ ਆਪ ਦੀ ਕੱਲੀ ਇੱਕ ਦੱਸ ਰਿਹਾ ਕਿ ਤੁਸੀਂ ਚੈੱਕ ਦੀ ਗੱਲ ਛੇੜਤੀ ਤਾਂ ਮੈਂ ਦੱਸ ਚਰਚਾ ਰਿਹਾ। ਅੰਮ੍ਰਿਤਸਰ ਦੇ